ਔਗਣਾਂ ਦਾ ਮੈਂ ਭਰਿਆ ਜਿਵੇਂ ਸਾਗਰ ਨੀਰ ਨਾਲ ਭਰਿਆ। ਔਗਣਾਂ ਦਾ ਮੈਂ ਭਰਿਆ ਸਾਗਰ ਨੀਰ ਨਾਲ ਭਰਿਆ। ਔਗਣਾਂ ਦਾ ਮੈਂ ਭਰਿਆ ਜਿਵੇਂ ਸਾਗਰ ਨੀਰ ਨਾਲ ਭਰਿਆ। ਔਗਣਾਂ ਦਾ ਮੈਂ ਭਰਿਆ ਔਗਣਾਂ ਦਾ ਮੈਂ ਭਰਿਆ। ਔਗਣਾਂ ਦਾ ਮੈਂ ਭਰਿਆ ਔਗਣਾਂ ਦਾ ਮੈਂ ਭਰਿਆ। ਔਗਣਾਂ ਦਾ ਜੀ ਮੈਂ ਭਰਿਆ ਔਗਣਾਂ ਦਾ ਮੈਂ ਭਰਿਆ। ਔਗਣਾਂ ਦਾ ਜੀ ਮੈਂ ਭਰਿਆ ਜਿਵੇਂ ਸਾਗਰ ਨੀਰ ਨਾਲ ਭਰਿਆ। ਔਗਣਾਂ ਦਾ ਮੈਂ ਭਰਿਆ ਜਿਵੇਂ ਸਾਗਰ ਨੀਰ ਨਾਲ ਭਰਿਆ। ਔਗਣਾਂ ਦਾ ਮੈਂ ਭਰਿਆ जेता समंग सागिर नीर भरिया तेते औगणा हमारे। दया करो कि मेहरा पाव डुब दे पत्थर तारे। सार ना जाना तेरी जी मैं सार न जाना तेरी। सार न जाना तेरी जी मैं सार न जाना तेरी। सार न जाना तेरी मालका सार न जाना तेरी। सार न जाना तेरी जी मैं सार न जाना तेरी।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਭੇ ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਜਪ ਕੇ ਵਾਹਿਗੁਰੂ। ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਜਪ ਕੇ ਵਾਹਿਗੁਰੂ। ਸਭੇ ਇੱਛਾ ਹੋਣ ਤੇਰੀਆਂ ਪੂਰੀਆਂ ਜੀ, ਸਤਿਨਾਮ ਜਪ ਕੇ ਵਾਹਿਗੁਰੂ। ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਜਪ ਕੇ ਵਾਹਿਗੁਰੂ। ਸਤਿਨਾਮ ਜੀ 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 ਜਪ ਕੇ ਵਾਹਿਗੁਰੂ। ਸਭੇ ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਜਪ ਕੇ ਵਾਹਿਗੁਰੂ। ਇੱਛਾ ਹੋਣ ਤੇਰੀਆਂ ਪੂਰੀਆਂ, ਸਤਿਨਾਮ ਜਪ ਕੇ ਵਾਹਿਗੁਰੂ। ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਮ। ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਜਿਵੇਂ ਰੱਖੀ ਸੀ ਦਰੋਬਤਾ ਦੀ ਲੱਗਿਆ, ਉਵੇਂ ਜਿਵੇਂ ਮੇਰੀ ਰੱਖ ਲੈ। ਰੱਖੀ ਸੀ ਦਰੋਬਤਾ ਦੀ ਲੱਗਿਆ, ਉਵੇਂ ਜਿਵੇਂ ਮੇਰੀ ਰੱਖ ਲੈ। ਜਿਵੇਂ ਰੱਖੀ ਸੀ ਦਰੋਬਤਾ ਦੀ, ਉਵੇਂ ਜਿਵੇਂ ਮੇਰੀ ਰੱਖ ਲੈ। ਰੱਖੀ ਸੀ ਦਰੋਬਤਾ ਦੀ ਲੱਗਿਆ, ਉਵੇਂ ਜਿਵੇਂ ਮੇਰੀ ਰੱਖ ਲੈ। ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ। ਰਾਮ
ਆਵੇ। ਅਹੰਕਾਰੀਆਂ ਨਿੰਦਕਾਂ ਪਿੱਟ ਦੇ, ਨਾਮ ਦਿਓ ਮੁਖ ਲਾਇਆ, ਦਿਓ ਮੁਖ ਲਾਇਆ। ਵਾਹਿਗੁਰੂ ਜੀ ਹਰਖਿਓ ਔਰ ਅਵਰੰਗ ਲਗ ਸਾਚੀ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਤੋਂ ਗੁਰਬਾਣੀ ਦਾ ਸ਼ਬਦ ਲਿਖਵਾ ਕੇ ਲੈ ਕੇ ਆਏ। ਕਿਆ ਖਾਧਾ ਕਿਆ ਪੈਦਾ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਇਸ ਸ਼ਬਦ ਨੂੰ ਪੜ੍ਹ ਕੇ ਵਿਚਾਰ ਕੇ ਬਾਦਸ਼ਾਹ ਵੀ ਖੁਸ਼ ਹੋ ਜਾਂਦਾ ਹੈ। ਸ਼ਬਦ ਪ੍ਰਭਾਵ ਵਿਖੇ ਬੁੱਧ ਰਾਚੀ। ਔਰ ਉਸ ਟਾਈਮ ਸ਼ਬਦ ਪੜ੍ਹਨ ਦੇ ਸਾਰ ਹੀ ਇਸ ਬਾਦਸ਼ਾਹ ਦੇ ਮਨ ਦੇ ਉੱਪਰ ਵੀ ਗੁਰਬਾਣੀ ਦਾ ਬੜਾ ਅਸਰ ਹੋਇਆ। ਨੇ ਆਵਨ ਕੋ ਹੇਤ ਸੁਨਾਇਓ। ਫਿਰ ਇੱਕ ਬਾਦਸ਼ਾਹ ਦੇ ਪਾਸ ਨਾ ਆਉਣ ਦਾ ਹੇਤ ਕਾਰਨ ਉਹ ਵੀ ਗੁਰੂ ਮਹਾਰਾਜ ਜੀ ਨੇ ਦੱਸਣਾ ਕੀਤਾ ਸੀ। ਰਿਸਿਓ ਪ੍ਰਾਤ ਮਤਸਰ ਤਪਤਾਇਓ। ਕਿਉਂਕਿ ਜੋ ਬਾਬਾ ਰਾਮ ਰਾਏ ਜੀ ਹਨ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਵੱਡੇ ਭਰਾਤਾ ਹਨ, ਵੱਡੇ ਭਰਾ ਹਨ। ਉਹ ਵੀ ਆਪਣੇ ਹਿਰਦੇ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੀ ਪ੍ਰਤੀ ਬੜੀ ਈਰਖਾ ਦਵੈਸ਼ ਰੱਖਦੇ ਸਨ। ਉਹ ਇਹ ਸਮਝਦੇ ਸਨ ਕਿ ਗੁਰਤਾ ਗੱਦੀ ਦਾ ਅਧਿਕਾਰ ਮੇਰਾ ਸੀ, ਮੈਂ ਵੱਡਾ ਸੀ, ਅਤੇ ਇਸ ਕਰਕੇ ਉਹ ਆਪਣੇ ਹਿਰਦੇ ਦੇ ਵਿੱਚ ਬੜੀ ਦਵੈਸ਼ ਰੱਖਦੇ ਸਨ। ਔਰ ਗੁਰੂ ਮਹਾਰਾਜ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਇਸ ਕਰਕੇ ਵੀ ਇੱਥੇ ਨਹੀਂ ਆਉਣਾ ਚਾਹੁੰਦੇ ਸਨ। ਸਭ ਗੁਣ ਮੈਂ ਗੌਰ ਪਹਿਚਾਨੇ। ਫਿਰ ਬਾਦਸ਼ਾਹ ਨੇ ਬਾਬਾ ਔਰੰਗਜ਼ੇਬ ਤੋਂ, ਜੋ ਬਾਬਾ ਔਰੰਗਜ਼ੇਬ ਵਾਹਿਗੁਰੂ ਜੀ, ਉਹ ਔਰੰਗਜ਼ੇਬ ਬਾਦਸ਼ਾਹ ਨੇ ਫਿਰ ਬਾਬਾ ਰਾਮ ਰਾਏ ਜੀ ਤੋਂ ਜੋ ਬਚਨ ਸੁਣੇ ਸਨ ਨਾ, ਜੋ ਈਰਖਾ ਦੇ ਭਰੇ ਹੋਏ, ਅਤੇ ਉਹਨਾਂ ਦੀ ਵੀ ਵਿਚਾਰ ਔਰੰਗਜ਼ੇਬ ਕਰਦਾ ਹੈ ਕਿ ਬਾਬਾ ਰਾਮ ਰਾਏ ਜੀ ਨੇ ਆਪਣੇ ਛੋਟੇ ਭਰਾਤਾਂ ਨੂੰ ਇਸ ਤਰ੍ਹਾਂ ਦੇ ਬਚਨ ਕੀਤੇ ਕਿ ਇਸ ਤਰ੍ਹਾਂ ਦੇ ਛੋਟੇ ਬਾਲਕ ਇਹ ਤੇ ਸੀਤਲਾ ਦਾ ਖਾਜਾ ਹੋਇਆ ਕਰਦੇ ਹਨ। ਤਾਂ ਔਰੰਗਜ਼ੇਬ ਵਿਚਾਰਦਾ ਹੈ ਕਿ ਉਧਰ ਤੇ ਈਰਖਾ ਦੇ ਨਾਲ ਇਸ ਤਰ੍ਹਾਂ ਦੇ ਬਚਨ ਹੋਏ, ਇੱਧਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੜੇ ਮਿੱਠੇ ਅਤੇ ਕੋਮਲ ਬਚਨ ਕਰਦੇ ਹਨ ਔਰ ਬੜੇ ਗਿਆਨ ਦੇ ਬਚਨ ਕਰਦੇ ਹਨ। ਤਾਂ ਤੇ ਬਾਦਸ਼ਾਹ ਨੇ ਸਮਝ ਲਿਆ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਮਰ ਦੇ ਵਿੱਚ ਭਾਵੇਂ ਬਹੁਤ ਛੋਟੇ ਹਨ, ਪਰ ਇਹਨਾਂ ਦੀ ਮਤ ਬੁੱਧ ਬੜੀ ਮਹਾਨ ਹੈ ਔਰ ਵਡਿਆਈ ਦੇ ਵਿੱਚ ਬਹੁਤ ਵੱਡੇ ਹਨ। ਬਾਲ ਬੈਸ ਬੁੱਧ ਬਲੀ ਮਹਾਨੇ। ਇਹਨਾਂ ਦੀ ਉਮਰ ਭਾਵੇਂ ਬਾਲਕ ਅਵਸਥਾ ਹੈ, ਪਰ ਬੁੱਧ ਮਤ ਬੜੀ ਮਹਾਨ ਹੈ। ਇਨਸੋ ਮੇਲ ਕਰਨ ਹਟ ਤਰਕ। ਫਿਰ ਬਾਦਸ਼ਾਹ ਨੇ ਜੋ ਬਾਰ-ਬਾਰ ਆਪਣੇ ਮਨ ਦੇ ਵਿੱਚ ਇਹ ਹਠ ਧਾਰਨ ਕੀਤਾ ਸੀ, ਬਾਰ-ਬਾਰ ਬੇਨਤੀਆਂ ਭੇਜਦਾ ਸੀ ਕਿ ਮੈਨੂੰ ਦਰਸ਼ਨ ਦਿਓ, ਦਰਸ਼ਨ ਦਿਓ, ਇਸ ਹਠ ਨੂੰ ਵੀ ਹੁਣ ਛੋੜਨਾ ਕੀਤਾ। ਨੈਣੀ ਕੀ ਮੁਝ ਲਗੀ ਵਿਚਰਕ। ਬਾਦਸ਼ਾਹ ਸੋਚਦਾ ਹੈ ਕਿ ਹਠ ਧਾਰ ਕੇ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨੇ ਇਹ ਤੇ ਬਿਲਕੁਲ ਹੀ ਠੀਕ ਨਹੀਂ ਹੈ। ਦੋਹਰਾ ਪੁਨ ਮਿਲਵੇ ਕੋ ਸ਼ਾਹ ਨੇ ਹਟ ਕਰ ਪਾਖਿਓ ਨਾਹੇ। ਫਿਰ ਜਦ ਗੁਰੂ ਮਹਾਰਾਜ ਜੀਆਂ ਨੇ ਗੁਰਬਾਣੀ ਦਾ ਸ਼ਬਦ ਲਿਖਵਾ ਕੇ ਭੇਜ ਦਿੱਤਾ, ਫਿਰ ਬਾਦਸ਼ਾਹ ਨੇ ਆਪਣਾ ਦਰਸ਼ਨ ਕਰਨ ਦਾ ਹੱਠ ਛੱਡ ਦਿੱਤਾ ਅਤੇ ਦੁਬਾਰਾ ਕਦੇ ਵੀ ਫਿਰ ਮਿਲਣ ਦੇ ਵਾਸਤੇ, ਦਰਸ਼ਨਾਂ ਦੇ ਵਾਸਤੇ ਬੇਨਤੀ ਨਹੀਂ ਕੀਤੀ। ਮਨ ਮੈਂ ਅਸ ਨਿਸ਼ਚੈ ਕਰਿਓ ਕਹੋ ਨਾ ਪ੍ਰੈ ਪਾਏ। ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਪੱਕਾ ਕੀਤਾ, ਹੋਰ ਕਿਸੇ ਦੇ ਪਾਸ ਗੱਲ ਨਹੀਂ ਦੱਸੀ ਕਿ ਗੁਰੂ ਮਹਾਰਾਜ ਜੀਆਂ ਨੇ ਗੁਰਬਾਣੀ ਦਾ ਸ਼ਬਦ ਭੇਜ ਦਿੱਤਾ ਅਤੇ ਮੈਂ ਹੁਣ ਦੁਬਾਰਾ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਦੇ ਲਈ ਹੱਠ ਨਹੀਂ ਧਾਰਾਂਗਾ। ਦੋਹਰਾ ਏਕ ਦਿਵ ਤੁਰਕੇਸ਼ ਕਹੇ ਜੈਪੁਰ ਨਾਥ ਕੇ ਸਾਥ। ਇੱਕ ਦਿਨ ਦੀ ਵਿਚਾਰ ਜਦ ਬਾਦਸ਼ਾਹ ਦੀ ਸਭਾ ਲੱਗੀ ਤਾਂ ਇਸ ਸਭਾ ਦੇ ਵਿੱਚ ਜੈਪੁਰ ਦੇ ਰਾਜੇ ਜੈ ਸਿੰਘ ਨੂੰ ਬਾਦਸ਼ਾਹ ਆਪਣੇ ਵੱਲੋਂ ਕਹਿਣ ਲੱਗਾ, ਬਾਲ ਬੇ ਸ੍ਰੀ ਹਰਿਕ੍ਰਿਸ਼ਨ ਨਿਮੈ ਹਿੰਦ ਪਦਮਾਥ। ਜੈਪੁਰ ਨਾਥ ਨੂੰ ਕਹਿਣ ਲੱਗਿਆ ਬਾਦਸ਼ਾਹ ਕਿ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਲਕ ਅਵਸਥਾ ਹੈ, ਕਿਉਂਕਿ 5 ਸਾਲ ਤੋਂ ਕੁਝ ਕੁ ਉਮਰ ਵੱਡੀ ਹੋਈ ਸੀ ਜਿਸ ਟਾਈਮ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬੈਠੇ ਸਨ, ਅਤੇ ਅਜੇ 6 ਸਾਲ ਤੋਂ ਕੁਝ ਛੋਟੀ ਹੀ ਉਮਰ, ਇਤਨੀ ਕੁ ਉਮਰ ਹੈ। ਪਰ
ਕਹਿਣ ਲੱਗਿਆ ਕਿ ਬਾਲਕ ਅਵਸਥਾ ਹੈ, ਪਰ ਸਾਰਾ ਜਗਤ ਹੀ ਇਹਨਾਂ ਨੂੰ ਨਮਸਕਾਰਾਂ ਕਰਦਾ ਹੈ, ਮੱਥੇ ਟੇਕਦਾ ਹੈ। ਚੌਪਈ ਅਪਰ ਲੋਕ ਜੁਤ ਤੁਮ ਵੀ ਕਹਿਓ। ਜੈਪੁਰ ਨਾਥ ਨੂੰ ਜਾਣੇ ਰਾਜਾ ਜੈ ਸਿੰਘ ਨੂੰ ਕਹਿਣ ਲੱਗਿਆ ਬਾਦਸ਼ਾਹ ਕਿ ਦੇਖੋ, ਜਿਸ ਤਰ੍ਹਾਂ ਹੋਰ ਦੁਨੀਆ ਦੇ ਲੋਕ ਗੁਰੂ ਮਹਾਰਾਜ ਜੀਆਂ ਦਾ ਜਸ ਕਰਦੇ ਹਨ ਨਾ, ਤੇ ਤੁਸੀਂ ਵੀ ਉਸੇ ਤਰ੍ਹਾਂ ਗੁਰੂ ਮਹਾਰਾਜ ਜੀਆਂ ਦਾ ਜਸ ਕਰ ਰਹੇ ਹੋ। ਕਰਾਮਾਤ ਸਾਹਿਬ ਵੱਡ ਲਹਿਓ। ਔਰ ਸਾਰੇ ਕਹਿੰਦੇ ਹਨ ਕਿ ਗੁਰੂ ਮਹਾਰਾਜ ਜੀ ਬਾਲਕ ਅਵਸਥਾ ਦੇ ਵਿੱਚ ਹੀ ਬੜੇ ਕਰਾਮਾਤ ਸ਼ਕਤੀਆਂ ਦੇ ਧਨੀ ਹਨ। ਸੋ ਜਸ ਸੁਨਾਵਤ ਹੈ ਸਭ ਕੋਈ। ਉਸੇ ਤਰ੍ਹਾਂ ਜਸ ਹਰ ਕੋਈ ਥਾਂ ਪਰ ਥਾਂ ਗੁਰੂ ਮਹਾਰਾਜ ਜੀਆਂ ਦਾ ਕਰ ਰਿਹਾ ਹੈ। ਇਕ ਤੇ ਸੁਨ ਦੂਸਰ ਸੁਧ ਹੋਈ। ਇੱਕ ਤੋਂ ਸੁਣ ਕੇ ਕਹਿਣ ਲੱਗਿਆ ਦੂਸਰੇ ਨੂੰ ਪਤਾ ਲੱਗਦਾ ਹੈ, ਉਹ ਦੂਸਰੇ ਤੋਂ ਤੀਸਰੇ ਦੇ ਪਾਸ ਗੁਰੂ ਮਹਾਰਾਜ ਜੀਆਂ ਦਾ ਜਸ ਕਰਦੇ ਹਨ। ਕਹਾਂ ਕਹੀਏ ਸਭਨ ਵਿੱਚ। ਫਿਰ ਬਾਦਸ਼ਾਹ ਕਹਿਣ ਲੱਗਿਆ ਕਿ ਆਪਾਂ ਕੀ ਕਹਿ ਸਕਦੇ ਹਾਂ ਸਾਰਿਆਂ ਦੇ ਵਿੱਚ। ਦੇਖਾ ਦੇਖੀ ਉਚਰ ਨੀਚ। ਆਪਾਂ ਸਾਰੀ ਸਭਾ ਦੇ ਵਿੱਚ ਇਹ ਗੱਲ ਕਿਵੇਂ ਦ੍ਰਿੜ ਨਿਸ਼ਚੇ ਦੇ ਨਾਲ ਕਹਿ ਸਕਦੇ ਹਾਂ, ਕਿਉਂਕਿ ਦੇਖਾ ਦੇਖੀ ਇੱਕ ਦੂਜੇ ਤੋਂ ਅੱਗੇ ਦੀ ਅੱਗੇ ਸਾਰੇ ਜਸ ਕਰਦੇ ਹਨ। ਤੁਮ ਵੀ ਕਬ ਪਰਖਿਓ ਕਹਿ ਨਾਏ। ਰਾਜਾ ਜੈ ਸਿੰਘ ਨੂੰ ਕਹਿਣ ਲੱਗਿਆ ਬਾਦਸ਼ਾਹ ਕਿ ਮੈਨੂੰ ਇਹ ਦੱਸ ਕਿ ਤੂੰ ਵੀ ਕਦੇ ਇਸ ਗੱਲ ਦੀ ਪਰਖ ਕੀਤੀ ਹੈ ਕਿ ਗੁਰੂ ਮਹਾਰਾਜ ਜੀ ਬੜੀ ਕਰਾਮਾਤ ਸ਼ਕਤੀਆਂ ਦੇ ਧਨੀ ਹਨ? ਤੂੰ ਵੀ ਆਪਣੇ ਵੱਲੋਂ ਕਦੇ ਪਰਖ ਕਰਕੇ ਦੇਖਿਆ ਹੈ ਜਾਂ ਨਹੀਂ ਦੇਖਿਆ? ਪਤਾ ਲੀਨ ਕੋ ਇਕ ਬਿਦ ਕਾਏ। ਔਰ ਕਦੇ ਇੱਕ ਦਿਨ ਵੀ ਕਿਸੇ ਇੱਕ ਗੱਲ ਤੋਂ ਵੀ ਤੂੰ ਪਰਖ ਕਰਕੇ ਦੇਖੀ ਹੈ ਜਾਂ ਨਹੀਂ, ਇਹ ਦੱਸਣਾ ਕਰ। ਜੇ ਪੂਰਬ ਪਰਖਿਓ ਨ ਕਬੈ। ਤਾਂ ਦੂਸਰੀ ਗੱਲ ਕਹਿਣ ਲੱਗਿਆ ਕਿ ਜੇ ਤੂੰ ਕਦੇ ਪਹਿਲੇ ਗੁਰੂ ਮਹਾਰਾਜ ਜੀਆਂ ਦੀ ਇਸ ਤਰ੍ਹਾਂ ਪਰਖ ਨਹੀਂ ਕੀਤੀ, ਉਚਿਤ ਪਤਾ ਲੈਬੇ ਕੋ ਅਬੈ। ਹੁਣ ਉਚਿਤ ਸਮਾਂ ਹੈ, ਹੁਣ ਮੌਕਾ ਹੈ ਕਿ ਇਸ ਗੱਲ ਦੀ ਪਰਖ ਕੀਤੀ ਜਾਵੇ ਕਿ ਗੁਰੂ ਮਹਾਰਾਜ ਜੀ ਕਿੰਨੀਆਂ ਕੁ ਤਾਕਤਾਂ ਬਰਕਤਾਂ ਰੱਖਦੇ ਹਨ, ਕਿੰਨੀਆਂ ਕੁ ਕਰਾਮਾਤਾਂ ਸ਼ਕਤੀਆਂ ਰੱਖਦੇ ਹਨ। ਹੁਣ ਜੋ ਵਚਨ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀਆਂ ਨੇ ਕਹੇ ਸਨ ਨਾ ਕਿ ਬਾਦਸ਼ਾਹ ਦੇ ਮਨ ਦੇ ਵਿੱਚ ਕੋਈ ਪਿਆਰ ਨਹੀਂ ਹੈ, ਭਾਵਨਾ ਨਹੀਂ ਹੈ ਗੁਰੂ ਮਹਾਰਾਜ ਜੀਆਂ ਦੇ ਪ੍ਰਤੀ, ਗੁਰੂ ਘਰ ਦੇ ਪ੍ਰਤੀ ਕੋਈ ਸ਼ਰਧਾ ਨਹੀਂ ਹੈ। ਉਹ ਤੇ ਕੇਵਲ ਗੁਰੂ ਘਰ ਦੀਆਂ ਸ਼ਕਤੀਆਂ ਦੇਖਣੀਆਂ ਚਾਹੁੰਦਾ ਹੈ, ਕਰਾਮਾਤਾਂ ਦੇਖਣੀਆਂ ਚਾਹੁੰਦਾ ਹੈ, ਬਸ ਹੋਰ ਕੁਝ ਨਹੀਂ ਹੈ। ਮਦਾਰੀਆਂ ਦੀ ਖੇਡ ਦੀ ਤਰ੍ਹਾਂ ਜੋ ਇਹ ਕਰਾਮਾਤਾਂ ਦੁਨੀਆ ਦੇ ਵਿੱਚ ਕੁਛ ਥੋੜ੍ਹੀ ਬਹੁਤੀ ਰਿੱਧੀ ਸਿੱਧੀ ਨੂੰ ਪ੍ਰਾਪਤ ਕਰਕੇ ਦਿਖਾਉਣ ਲੱਗ ਜਾਂਦੇ ਹਨ ਨਾ, ਤੇ ਗੁਰੂ ਘਰ ਨੂੰ ਵੀ ਇਸੇ ਤਰ੍ਹਾਂ ਹੀ ਸਮਝਦਾ ਹੈ। ਇਹਦੇ ਹਿਰਦੇ ਦੇ ਵਿੱਚ ਕੋਈ ਪਿਆਰ ਨਹੀਂ ਹੈ, ਕੇਵਲ ਕਰਾਮਾਤ ਸ਼ਕਤੀਆਂ ਦੇਖਣ ਤਾਈ ਹੀ ਹੈ। ਹੁਣ ਉਹੀ ਗੱਲ ਇੱਥੇ ਇਹਨੇ ਪ੍ਰਗਟ ਕਰਕੇ ਦਿਖਾ ਦਿੱਤੀ। ਰਾਜਾ ਜੈ ਸਿੰਘ ਨੂੰ ਕਹਿਣ ਲੱਗਿਆ ਤੂੰ ਕਦੇ ਪਰਖ ਕੀਤੀ ਹੈ ਜਾਂ ਨਹੀਂ ਕੀਤੀ? ਦੇਖਾ ਦੇਖੀ ਸਾਰੇ ਗੁਰੂ ਮਹਾਰਾਜ ਜੀਆਂ ਦਾ ਜਸ ਕਰਦੇ ਹਨ, ਔਰ ਤੂੰ ਕਦੇ ਨਾ ਕਦੇ ਇਸ ਗੱਲ ਦੀ ਪਰਖ ਕਰਕੇ ਦੇਖ ਕਿ ਗੁਰੂ ਮਹਾਰਾਜ ਜੀਆਂ ਦੇ ਵਿੱਚ ਕਿੰਨੀਆਂ ਕੁ ਕਰਾਮਾਤਾਂ ਸ਼ਕਤੀਆਂ ਹਨ। ਜਿਮ ਅਜਮਤ ਕਾਮਲ ਪਹਿਚਾਨੋ। ਔਰ ਜਿਸ ਤਰ੍ਹਾਂ ਤੂੰ ਪਰਖ ਕਰਕੇ ਜਾਣ ਲਏਗਾ ਕਿ ਕਿੰਨੀ ਕੁ ਸ਼ਕਤੀ ਦੇ ਮਾਲਕ ਹਨ। ਸਹਿਤ ਨਿਮਰਤਾ ਤੈਸੈ ਠਾਨੋ। ਬੜੀ ਨਿਮਰਤਾ ਦੇ ਨਾਲ ਇਸ ਤਰ੍ਹਾਂ ਕਿਸੇ ਤਰੀਕੇ ਦੇ ਨਾਲ ਪਰਖ ਕਰੀ, ਔਰ ਬਾਅਦ ਦੇ ਵਿੱਚ ਮੈਨੂੰ ਆ ਕੇ ਸਾਰੀ ਗੱਲ ਦੱਸ ਦੇਣੀ। ਸੁਨ ਜੈ ਸਿੰਘ ਬੋਲਿਓ ਕਰ ਜੋਰ। ਰਾਜਾ ਜੈ ਸਿੰਘ ਉਸੇ ਟਾਈਮ ਬਾਦਸ਼ਾਹ ਦੇ ਪਾਸ ਹੱਥ ਜੋੜ ਕੇ ਕਹਿੰਦਾ ਹੈ, ਕੁਛ ਦੁਰਬਾਕ ਨਾ ਕਹੇ ਮੁਝ ਔਰ। ਕਹਿਣ ਲੱਗਿਆ ਸਰਕਾਰ ਇਸੇ ਤਰ੍ਹਾਂ ਹੀ ਕੀਤਾ ਜਾਵੇਗਾ, ਪਰ ਮੇਰੇ ਹਿਰਦੇ ਦੇ ਵਿੱਚ ਬੜਾ ਡਰ ਹੈ, ਭੈ ਹੈ ਇਸ ਗੱਲ ਦਾ ਕਿ ਸਤਿਪੁਰਖਾਂ ਦੀ ਹੁਣ ਪਰਖ ਕਰਨੀ ਅੱਛੀ ਬਾਤ ਨਹੀਂ ਹੈ। ਜੇਕਰ ਗੁਰੂ ਮਹਾਰਾਜ ਜੀਆਂ ਨੇ ਕੋਈ ਸਰਾਪ ਦਾ ਵਚਨ ਕਰ ਦਿੱਤਾ ਮੇਰੇ ਪ੍ਰਤੀ, ਤੇ ਪਤਾ ਨਹੀਂ ਕਿੰਨਾ ਕੁ ਵੱਡਾ ਮੈਨੂੰ ਦੁੱਖ ਝੱਲਣਾ ਪੈ ਸਕਦਾ ਹੈ। ਕੋਈ ਨਾ ਕੋਈ ਇਸ ਤਰ੍ਹਾਂ ਦਾ ਸਰਾਪ ਦਾ ਵਚਨ ਮੇਰੇ ਲਈ ਨਾ ਹੋ ਜਾਵੇ। ਅਸ ਪੁਰਖਨ ਕੋ ਪਰਖਨ ਕਰਨੋ। ਇਸ ਤਰ੍ਹਾਂ ਦੇ ਮਹਾਂਪੁਰਖ ਗੁਰੂ ਪਾਤਸ਼ਾਹੀਆਂ ਦੀ ਜੋ ਪਰਖ ਕਰਨੀ ਹੈ, ਲੰਗ ਸਰਪਨ ਸੋ ਖੇਲਨ ਬਰਨੋ। ਔਰ ਇਹ ਤੇ ਇਸ ਤਰ੍ਹਾਂ ਦੀ ਵਿਚਾਰ ਹੈ ਕਿ ਜਿਸ ਤਰ੍ਹਾਂ ਸੱਪਾਂ ਦੇ ਛੋਟੇ ਬੱਚੇ ਹੁੰਦੇ ਹਨ, ਜਿਨ੍ਹਾਂ ਨੂੰ ਸਪੋਲੀਏ ਵੀ ਕਹਿ ਦਿੰਦੇ ਹਨ, ਉਹਨਾਂ ਦੇ ਨਾਲ ਜੇ ਕੋਈ ਖੇਲੇ
ਔਰ ਉਹਨਾਂ ਦੇ ਨਾਲ ਖੇਡਦਾ ਰਹੇ, ਆਪਣੇ ਪਾਸ ਰੱਖੇ। ਜਿਨਕੇ ਡਸੇ ਨਾ ਬਨੇ ਉਪਾਏ। ਭਾਵੇਂ ਸੱਪਾਂ ਦੇ ਸਪੋਲੀਏ ਬਹੁਤ ਛੋਟੇ ਛੋਟੇ ਹੁੰਦੇ ਹਨ, ਉਹਨਾਂ ਦੇ ਨਾਲ ਜੇਕਰ ਕੋਈ ਖੇਡੇ ਪਰ ਉਹ ਡੰਗ ਦਿੰਦੇ ਹਨ, ਉਹਨਾਂ ਦਾ ਡੰਗਿਆ ਹੋਇਆ ਫਿਰ ਕਦੇ ਬਚ ਨਹੀਂ ਸਕਦਾ। ਮਤ ਵਿਸਾਲ ਕੋ ਉਬਰ ਨਾ ਪਾਏ। ਭਾਵੇਂ ਕਿੱਡਾ ਵੀ ਕੋਈ ਸੂਝਵਾਨ ਹੋਵੇ, ਕਿੱਡਾ ਵੀ ਕੋਈ ਸਮਝਦਾਰ ਹੋਵੇ, ਜੇਕਰ ਕੋਈ ਸਪੋਲੀਆ ਲੜਿਆ ਹੈ ਤੇ ਫਿਰ ਉਹਨਾਂ ਦਾ ਬਚਣਾ ਬੜਾ ਮੁਸ਼ਕਲ ਹੁੰਦਾ ਹੈ। ਤਉ ਆਪ ਕੇ ਕੇਬੇ ਕਰ ਕੈ। ਔਰ ਇਸੇ ਤਰ੍ਹਾਂ ਜੇਕਰ ਹੁਣ ਗੁਰੂ ਮਹਾਰਾਜ ਜੀਆਂ ਦੇ ਮੇਰੇ ਪ੍ਰਤੀ ਕੋਈ ਸ਼ਰਾਪ ਦੇ ਬਚਨ ਹੋ ਗਏ ਤੇ ਫਿਰ ਮੇਰੇ ਸਾਰੀ ਜ਼ਿੰਦਗੀ ਦੇ ਵਿੱਚ, ਜੀਵਨ ਦੇ ਵਿੱਚ ਬਹੁਤ ਵੱਡਾ ਦੁੱਖ ਉਤਪੰਨ ਹੋ ਸਕਦਾ ਹੈ। ਤਾਂ ਇਸ ਤਰ੍ਹਾਂ ਜਦ ਔਰੰਗਜ਼ੇਬ ਦੇ ਪਾਸ ਸਾਰੀ ਗੱਲ ਦੱਸ ਦਿੱਤੀ, ਸ਼ਰਦਾ ਦਾਸਨ ਸਦ੍ਰਿਸ ਤਰਕ। ਫਿਰ ਕਹਿਣ ਲੱਗਿਆ ਰਾਜਾ ਜੈ ਸਿੰਘ ਕਿ ਹਾਂ ਮੈਂ ਇਹ ਗੱਲ ਕਰਾਂਗਾ ਜ਼ਰੂਰ ਕਿ ਗੁਰੂ ਮਹਾਰਾਜ ਜੀਆਂ ਦੀ ਪਰਖ ਕਰਾਂਗਾ, ਪਰ ਮੈਂ ਬਹੁਤ ਸ਼ਰਧਾ ਧਾਰਨ ਕਰਕੇ, ਬਹੁਤ ਨਿਮਰਤਾ ਦੇ ਨਾਲ ਆਪਣੇ ਹਿਰਦੇ 'ਚੋਂ ਬੇਨਤੀਆਂ ਕਰਦੇ ਹੋਏ ਗੁਰੂ ਮਹਾਰਾਜ ਜੀਆਂ ਦੀ ਕੋਈ ਸ਼ਕਤੀ ਦੇਖਣਾ ਕਰਾਂਗਾ। ਰਚੋ ਵਿਧੀ ਕੋ ਪੂਜਨ ਕਰਹੁ। ਕੋਈ ਐਸੀ ਵਿਧੀ ਰਚਾਂਗਾ ਕਿ ਗੁਰੂ ਮਹਾਰਾਜ ਜੀਆਂ ਦੀ ਬੜੀ ਪੂਜਾ, ਬੜੀ ਸੇਵਾ ਕੀਤੀ ਜਾਵੇਗੀ। ਪੁਨ ਮੇ ਤੁਮਰੇ ਨਿਕਟ ਉਚਰਹੁ। ਫਿਰ ਕਿਸੇ ਨਾ ਕਿਸੇ ਤਰ੍ਹਾਂ ਪਰਖ ਕਰਕੇ, ਕੋਈ ਨਾ ਕੋਈ ਸ਼ਕਤੀ ਦੇਖ ਕੇ ਮੈਂ ਆਪ ਦੇ ਪਾਸ ਜ਼ਰੂਰ ਦੱਸਾਂਗਾ। ਕਹਿਤ ਸ਼ਾਓ ਮਿਲਵੇ ਫਲ ਜੋਈ। ਫਿਰ ਬਾਦਸ਼ਾਹ ਔਰੰਗਜ਼ੇਬ ਕਹਿਣ ਲੱਗਿਆ ਕਿ ਜੋ ਗੁਰੂ ਮਹਾਰਾਜ ਜੀਆਂ ਨੂੰ ਮਿਲਣ ਦਾ ਫਲ ਹੈ ਨਾ, ਦਰਸ਼ਨਾਂ ਦਾ ਫਲ ਹੈ, ਪਰਖਨ ਤੇ ਮੈਂ ਪੈਹੋ ਸੋਈ। ਜਦ ਤੂੰ ਪਰਖ ਕਰਕੇ ਮੈਨੂੰ ਦੱਸੇਗਾ ਤੇ ਮੈਂ ਸਮਝਾਂਗਾ ਕਿ ਗੁਰੂ ਮਹਾਰਾਜ ਜੀਆਂ ਦੇ ਮਿਲਣ ਦਾ, ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਦਾ ਮੈਨੂੰ ਫਲ ਪ੍ਰਾਪਤ ਹੋ ਗਿਆ। ਇਮ ਕੇ ਸੁਨ ਕੇ ਜੈਪੁਰ ਨਾਥ। ਇਸ ਤਰ੍ਹਾਂ ਦੀਆਂ ਵਿਚਾਰਾਂ ਇਸ ਸਭਾ ਦੇ ਵਿੱਚ ਬਾਦਸ਼ਾਹ ਦੇ ਨਾਲ ਜਦ ਜੈਪੁਰ ਨਾਥ ਨੇ ਕੀਤੀਆਂ। ਆਇਓ ਸਦਨ ਸੰਦੇਹਨ ਸਾਥ। ਬੜੇ ਸੰਦੇਹ ਦੇ ਅਨੁਸਾਰ, ਬੜੇ ਸੰਸਿਆਂ ਦੇ ਅਨੁਸਾਰ, ਬੜਾ ਚਿੰਤਾਤੁਰ ਹੋ ਕੇ ਆਪਣੇ ਘਰ ਦੇ ਵਿੱਚ ਆਉਂਦਾ ਹੈ। ਮੋਰ ਗਰੇ ਨੇ ਪਰੇ ਕਫੇਰੀ। ਹਿਰਦੇ ਦੇ ਵਿੱਚੋਂ ਇਸ ਗੱਲ ਤੋਂ ਬੜਾ ਡਰਦਾ ਵੀ ਹੈ ਕਿ ਗੁਰੂ ਮਹਾਰਾਜ ਜੀਆਂ ਦੀ ਪਰਖ ਕਰਨੀ ਕੋਈ ਚੰਗੀ ਗੱਲ ਨਹੀਂ ਹੈ। ਇਸ ਗੱਲ 'ਤੇ ਮੇਰੇ ਲਈ, ਮੇਰੇ ਜੀਵਨ ਦੇ ਵਿੱਚ ਬਹੁਤ ਵੱਡਾ ਦੁੱਖ ਵੀ ਖੜਾ ਹੋ ਸਕਦਾ ਹੈ। ਹਿਰਦੇ ਦੇ ਵਿੱਚੋਂ ਬੜਾ ਇਸ ਗੱਲ ਤੋਂ ਡਰਦਾ ਹੈ, ਬੜਾ ਚਿੰਤਾਤੁਰ ਹੈ, ਅਰੇ ਆਪਣੇ ਮਹਿਲਾਂ ਦੇ ਵਿੱਚ ਆ ਜਾਂਦਾ ਹੈ। ਸੁਖ ਚਾਹਤ ਦੁਖ ਆਏ ਨ ਕੇਰੀ। ਫਿਰ ਇਹ ਡਰਦਾ ਹੈ ਕਿ ਕਿਤੇ ਉਲਟੀ ਗੱਲ ਮੇਰੇ ਗਲ ਹੀ ਨਾ ਪੈ ਜਾਵੇ। ਗੁਰੂ ਮਹਾਰਾਜ ਜੀਆਂ ਨੂੰ ਬੇਨਤੀਆਂ ਕਰ ਕਰਕੇ ਦਿੱਲੀ ਸ਼ਹਿਰ ਦੇ ਵਿੱਚ ਬੁਲਾਇਆ ਹੈ, ਅਰੇ ਆਪਣੇ ਬੰਗਲੇ ਦੇ ਵਿੱਚ ਨਿਵਾਸ ਰਖਵਾਇਆ ਹੈ, ਤੇ ਫਿਰ ਜਿੱਥੇ ਸੇਵਾ ਕਰਕੇ ਅਸੀਂ ਸੁੱਖ ਪ੍ਰਾਪਤ ਕਰਨੇ ਸੀ, ਉੱਥੇ ਕਿਤੇ ਸ਼ਰਾਪ ਦਾ ਵਚਨ ਕਰਵਾ ਕੇ ਦੁੱਖਾਂ ਦੇ ਭਾਗੀ ਨਾ ਬਣ ਜਾਈਏ। ਦੋਹਰਾ ਪਈ ਜਾਮਨੀ ਜਾਣ ਕੇ ਮਿਲੀ ਕਾਮਨੀ ਆਏ। ਤਾਂ ਇਹਨਾਂ ਵਿਚਾਰਾਂ ਦੇ ਅਨੁਸਾਰ ਦਿਨ ਬਤੀਤ ਹੋਇਆ। ਰਾਤ ਦੇ ਸਮੇਂ ਆਪਣੇ ਮਹਿਲਾਂ ਦੇ ਵਿੱਚ ਜਦ ਇਹ ਰਾਜਾ ਜੈਪੁਰ ਦਾ ਜੈ ਸਿੰਘ ਇਹ ਆਪਣੇ ਮਹਿਲਾਂ ਦੇ ਵਿੱਚ ਆਪਣੇ ਬਿਸਤਰ ਦੇ ਉੱਪਰ ਆਰਾਮ ਕਰਨ ਲਈ ਪਹੁੰਚਦਾ ਹੈ। ਸੁੰਦਰ ਮੰਦਰ ਮਹਿਦ ਕੇ ਅੰਦਰ ਸੇਜ ਡਸਾਏ। ਤਾਂ ਸੁੰਦਰ ਸੇਜਾ ਇਸ ਦੀ ਮਹਿਲਾਂ ਦੇ ਵਿੱਚ ਜੋ ਬਣਾਈ ਹੋਈ ਸੀ, ਡਾਈ ਹੋਈ ਸੀ, ਉਸ ਸੇਜਾ ਦੇ ਉੱਪਰ ਬੈਠ ਕੇ ਆਪਣੀਆਂ ਰਾਣੀਆਂ ਦੇ ਪਾਸ ਵਿਚਾਰ ਕਰਦਾ ਹੈ। ਚੌਪਈ ਨਿਜ ਰਮਨੀ ਸੰਗ ਸਗਲ ਜਨਾਈ। ਤਾਂ ਆਪਣੀਆਂ ਰਾਣੀਆਂ ਦੇ ਪਾਸ ਇਹ ਵਾਰਤਾ ਦੱਸੀ ਕਿ ਬਾਦਸ਼ਾਹ ਔਰੰਗਜ਼ੇਬ ਨੇ ਮੈਨੂੰ ਗੁਰੂ ਮਹਾਰਾਜ ਜੀਆਂ ਦੀ ਪਰਖ ਕਰਨ ਦੇ ਵਾਸਤੇ ਕਿਹਾ ਹੈ। ਕਥਾ ਗੁਰਨ ਕੀ ਜਥਾ ਸੁਨਾਈ। ਹਰ ਸਾਰੀ ਵਾਰਤਾ ਗੁਰੂ ਮਹਾਰਾਜ ਜੀਆਂ ਦੀ ਉਹ ਵੀ ਰਾਣੀਆਂ ਦੇ ਪਾਸ ਦੱਸਣਾ ਕੀਤੀ। ਤਿਨ ਕੇ ਪਰਖਨ ਕੀ ਵਿਦ ਕਰਨੀ। ਤਾਂ ਆਪਣੇ ਮਨ ਦਾ ਖਿਆਲ ਇਹ ਵੀ ਦੱਸਿਆ ਕਿ ਹਾਂ ਗੁਰੂ ਮਹਾਰਾਜ ਜੀਆਂ ਤੋਂ ਮੈਨੂੰ ਭੈ ਤੇ ਬੜਾ ਆਉਂਦਾ ਹੈ, ਪਰ ਕਿਸੇ ਤਰੀਕੇ ਅਨੁਸਾਰ ਬੜੀ ਸੇਵਾ ਕਰਕੇ, ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਕੇ, ਪੂਜਾ ਕਰਕੇ
ਇਸ ਗੱਲ ਦੀ ਪਰਖ ਕਰਾਂਗੇ। ਬਾਲ ਆਰ ਬਲ ਤਨ ਦੁਤ ਤਰਨੀ। ਔਰ ਗੁਰੂ ਮਹਾਰਾਜ ਜੀਆਂ ਦੀ ਬਾਲਕ ਅਵਸਥਾ ਹੈ, ਸਰੂਪ ਬੜਾ ਸੁੰਦਰ ਹੈ। ਗੁਰ ਅੰਤੇਪੁਰ ਆਨੇ ਕਾਲੀ। ਰਾਣੀਆਂ ਨੂੰ ਕਹਿਣ ਲੱਗਿਆ ਰਾਜਾ ਜੈ ਸਿੰਘ ਕਿ ਦੇਖੋ ਕੱਲ ਨੂੰ ਮੈਂ ਗੁਰੂ ਮਹਾਰਾਜ ਜੀਆਂ ਨੂੰ ਬੇਨਤੀ ਕਰਕੇ ਆਪਣੇ ਮਹਿਲਾਂ ਦੇ ਵਿੱਚ ਲੈ ਕੇ ਆਉਣਾ ਹੈ। ਪੂਜੇ ਪਦ ਦਿਕ ਲਿਓ ਸੁਖਾਲੀ। ਫਿਰ ਤੁਸੀਂ ਬੜੀ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਮਹਾਰਾਜ ਜੀਆਂ ਦੀ ਸੇਵਾ ਕਰਨੀ ਹੈ। ਔਰ ਗੁਰੂ ਮਹਾਰਾਜ ਜੀਆਂ ਦੀ ਸੇਵਾ ਕਰਨੀ ਹੈ ਕਿਉਂਕਿ ਬੜਾ ਸੋਹਣਾ ਸੁਭਾਗ ਸਮਾਂ ਤੁਹਾਨੂੰ ਵੀ ਪ੍ਰਾਪਤ ਹੋ ਰਿਹਾ ਹੈ ਕਿ ਗੁਰੂ ਮਹਾਰਾਜ ਜੀਆਂ ਦੇ ਖੁੱਲ੍ਹੇ ਡੁੱਲੇ ਦਰਸ਼ਨ ਹੋਣਗੇ। ਔਰ ਗੁਰੂ ਮਹਾਰਾਜ ਜੀਆਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਤੁਸੀਂ ਆਪਣੇ ਮਹਿਲਾਂ ਦੇ ਵਿੱਚ ਇਸੇ ਅਸਥਾਨ 'ਤੇ ਗੁਰੂ ਮਹਾਰਾਜ ਜੀਆਂ ਦੀ ਬੜੀ ਸੇਵਾ ਕਰ ਸਕਦੇ ਹੋ। ਮਿਲੇ ਸਮੂਹ ਸਗਲ ਰਣਵਾਸ। ਸਾਰਾ ਰਣਵਾਸ, ਸਾਰੀਆਂ ਰਾਣੀਆਂ ਆਦਿ ਇਕੱਠੀਆਂ ਹੋ ਕੇ ਇਸੇ ਤਰ੍ਹਾਂ ਗੁਰੂ ਮਹਾਰਾਜ ਜੀਆਂ ਦੀ ਸੇਵਾ ਕਰਨੀ ਹੈ। ਸਭ ਕੀ ਪੂਰੇ ਸਤਿਗੁਰ ਆਸ। ਫਿਰ ਸੱਚੇ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਪਿਆਰ ਵਾਲੇ ਸਾਰੇ ਹੀ ਗੁਰਸਿੱਖ ਸੰਗਤਾਂ ਜੋ ਵੀ ਭਾਵਨਾ ਸ਼ਰਧਾ ਹਿਰਦੇ ਦੇ ਵਿੱਚ ਰੱਖਦੇ ਹਨ ਨਾ, ਸਭਨਾਂ ਦੀ ਆਸ਼ਾ, ਸਭਨਾਂ ਦੀ ਇੱਛਾ ਪੂਰੀ ਕਰਦੇ ਹਨ। ਸਭ ਬੈਠੇ ਸਿੰਗਾਰ ਬਣਾਏ। ਰਾਣੀਆਂ ਨੂੰ ਇਹ ਗੱਲ ਸਮਝਾਈ ਕਿ ਤੁਸੀਂ ਸਭ ਨੇ ਆਪਣੇ ਸਰੀਰਾਂ ਦੇ ਉੱਪਰ ਬੜੇ ਸੁੰਦਰ ਵਸਤਰ ਪਹਿਨ ਕੇ ਔਰ ਹਾਰ ਸ਼ਿੰਗਾਰ ਆਦਿ ਵੀ ਲਾਉਣੇ ਹੈ। ਵਸਤਰ ਵਿਪੂਕਨ ਬਪੁਕ ਸੁਹਾਏ। ਸਭਨਾਂ ਨੇ ਬੜੇ ਇਸ ਅਸਥਾਨ ਦੀ, ਜਿਸ ਜਗ੍ਹਾ 'ਤੇ ਗੁਰੂ ਮਹਾਰਾਜ ਜੀਆਂ ਨੇ ਆ ਕੇ ਆਪਣੇ ਚਰਨ ਪਾਉਣੇ ਹਨ ਨਾ, ਮਹਿਲਾਂ ਦੇ ਵਿੱਚ, ਇਹਨਾਂ ਮਹਿਲਾਂ ਦੀ ਪੂਰੀ ਸਜਾਵਟ ਕਰਨੀ ਹੈ ਔਰ ਆਪਣੇ ਵੀ ਸਰੀਰਾਂ ਦੀ ਸਜਾਵਟ ਕਰਕੇ ਸੋਹਣੇ ਵਸਤਰ ਅਤੇ ਗਹਿਣੇ ਆਦਿ ਪਹਿਨਣੇ ਹਨ। ਸਭ ਰਾਣੀ ਮੈਂ ਮੁਖੇ ਮਹਾਨੀ। ਜਿਹੜੀ ਸਾਰੀਆਂ ਰਾਣੀਆਂ ਦੇ ਵਿੱਚੋਂ ਮੁੱਖ ਰਾਣੀ ਸੀ, ਮਮ ਮਨ ਕੀ ਪਿਆਰੀ ਪਟਰਾਨੀ। ਜਿਸ ਨੂੰ ਰਾਜੇ ਨੇ ਆਪਣੀ ਪਟਰਾਣੀ ਬਣਾਇਆ ਹੋਇਆ ਸੀ। ਲਿਓ ਪੋਟ ਪਟ ਮਲਨ ਪੁਰਾਨਾ। ਔਰ ਉਸ ਦੇ ਵਾਸਤੇ ਇਹ ਦੱਸਿਆ ਕਿ ਪਟਰਾਣੀ ਹੈ ਉਹ ਆਪਣੇ ਸਰੀਰ ਦੇ ਉੱਪਰ ਮੋਟੇ ਅਤੇ ਮੈਲੇ ਕੁਚੈਲੇ ਕੱਪੜੇ ਪਾ ਕੇ ਰੱਖੇ। ਉਸ ਨੇ ਆਪਣੇ ਸਰੀਰ ਦੇ ਉੱਪਰ ਸੋਹਣੇ ਗਹਿਣੇ ਅਤੇ ਸੋਹਣੇ ਵਸਤਰ ਨਹੀਂ ਪਹਿਨਣੇ। ਆਪਣੇ ਸਰੀਰ ਦੇ ਉੱਪਰ ਮੋਟੇ ਅਤੇ ਪੁਰਾਣੇ ਮੈਲੇ ਕੁਚੈਲੇ ਕੱਪੜੇ ਪਾ ਕੇ ਬੈਠ ਜਾਵੇ। ਨਹਿ ਸ਼ਿੰਗਾਰ ਸਜੋ ਬਿਦ ਨਾਨਾ। ਕੋਈ ਵੀ ਸ਼ਿੰਗਾਰ ਆਪਣੇ ਸਰੀਰ ਦੇ ਉੱਪਰ ਨਾ ਕਰੇ। ਸਭ ਕੇ ਪਾਛੇ ਕੋਨ ਮਝਾਰ। ਫਿਰ ਸਾਰੀਆਂ ਰਾਣੀਆਂ ਨੇ ਤਿਆਰ ਹੋਣਾ ਹੈ ਤੇ ਪਟਰਾਣੀ ਮੈਲੇ ਕੱਪੜੇ ਪਾ ਕੇ ਉਹ ਇਸ ਮਹਿਲਾਂ ਦੇ ਵਿੱਚ ਇੱਕ ਕੰਨੀ ਦੇ ਉੱਪਰ ਇੱਕ ਪਾਸੇ ਇੱਕ ਸਾਈਡ ਤੇ ਹੋ ਕੇ ਬੈਠ ਜਾਵੇ। ਬੈਠ ਰਹੋ ਤਾਂ ਦ੍ਰਿਸ਼ਟੀ ਤਾਰ। ਚੌਂਕੜਾ ਲਾ ਕੇ ਔਰ ਆਪਣੀ ਨੀਵੀਂ ਪਾ ਕੇ ਅਰੇ ਆਪਣੇ ਨੇਤਰਾਂ ਨੂੰ, ਆਪਣੀਆਂ ਅੱਖਾਂ ਨੂੰ ਨੀਵੀਆਂ ਕਰਕੇ ਬਸ ਪਟਰਾਣੀ ਉਸੇ ਤਰ੍ਹਾਂ ਬੈਠੀ ਰਹੇ। ਕਰੋ ਮਨੋਰਥ ਮਨ ਮੈਂ ਐਸੇ। ਪਟਰਾਣੀ ਨੂੰ ਕਿਹਾ ਕਿ ਤੂੰ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਮਨੋਰਥ ਕਰਨਾ ਹੈ ਜਿਮ ਉਰ ਗੁਰ ਜੋ ਜਾਣਤ ਤੈਸੇ। ਕਿ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਤੇਰੇ ਮਨ ਦੀ ਇੱਛਾ, ਮਨ ਦੀ ਭਾਵਨਾ ਸਮਝ ਲੈਣ। ਤੋ ਮਮ ਅੰਕ ਬੈਠ ਹੈ ਆਏ। ਤੂੰ ਆਪਣੇ ਮਨ ਦੇ ਵਿੱਚੋਂ ਇਹ ਬੇਨਤੀਆਂ ਕਰਨੀਆਂ ਹਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਕਿ ਇਹ ਸੱਚੇ ਪਾਤਸ਼ਾਹ, ਇਹ ਵਾਲਾ ਪ੍ਰੀਤਮ, ਇਹ ਬਾਲਕ ਸਰੂਪ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇਵ ਉਪਾਇਨ ਕੋ ਪਰ ਪਾਏ। ਮੇਰੀਆਂ ਬੇਨਤੀਆਂ ਨੂੰ ਸੁਣ ਕੇ ਤੁਸੀਂ ਮੇਰੇ ਤੇ ਕਿਰਪਾ ਕਰਨੀ ਹੈ। ਇਹ ਬਾਲਕ ਅਵਸਥਾ ਦੇ ਵਿੱਚ ਹੀ ਬੱਚਿਆਂ ਦੇ ਵਾਂਗ ਮੇਰੀ ਝੋਲੀ ਦੇ ਵਿੱਚ ਆ ਕੇ ਬੈਠਣਾ ਹੈ, ਮੇਰੇ ਪਾਸ ਆ ਕੇ ਬੈਠਣਾ ਹੈ ਤੇ ਆਪਣੇ ਮਨ ਦੇ ਵਿੱਚ ਇਹ ਇੱਛਾ ਧਾਰਨ ਕਰਨੀ ਹੈ। ਤੇ ਫਿਰ ਗੁਰੂ ਮਹਾਰਾਜ ਜੀਆਂ ਨੇ ਜਦ ਤੇਰੀ ਇੱਛਾ ਪੂਰੀ ਕਰ ਦਿੱਤੀ ਤੇ ਫਿਰ ਤੂੰ ਗੁਰੂ ਮਹਾਰਾਜ ਜੀਆਂ ਦੇ ਚਰਨ ਪਕੜ ਲੈਣੇ ਹਨ ਅਤੇ ਭਾਂਤ ਦੀਆਂ ਭੇਟਾਵਾਂ ਜੋ ਤਿਆਰ ਕਰਕੇ ਰੱਖਾਂਗੇ ਸਾਰੀਆਂ ਸਤਿਗੁਰਾਂ ਦੇ ਚਰਨਾਂ 'ਚ ਭੇਟਾ ਕਰ ਦੇਵਾਂਗੇ। ਭਾਈ ਪੋਰ ਤੇ ਇਮਕਿਰਤ ਕੀਜੇ। ਸਾਰੀ ਗੱਲਬਾਤ, ਸਾਰੀ ਵਾਰਤਾ ਰਾਣੀਆਂ ਨੂੰ ਉਸ ਟਾਈਮ ਰਾਜਾ ਜੈ ਸਿੰਘ ਨੇ ਸਮਝਾ ਦਿੱਤੀ ਕਿ ਇਸ ਤਰ੍ਹਾਂ ਕਰਕੇ ਗੁਰੂ ਮਹਾਰਾਜ ਜੀਆਂ ਦੇ ਚਰਨ ਪਵਾਵਾਂਗੇ,
ਇਸ ਤਰ੍ਹਾਂ ਸਤਿਗੁਰਾਂ ਦੀ ਸ਼ਕਤੀ ਕਰਾਮਾਤ ਦੇਖਾਂਗੇ ਕਿ ਹਿਰਦੇ ਦੀ ਜਾਣ ਕੇ ਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਦੀ ਕਿਰਤ ਕਰਦੇ ਹਨ ਜਾਂ ਨਹੀਂ ਕਰਦੇ ਹਨ। ਤਾਂ ਇਸ ਤਰ੍ਹਾਂ ਦੀ ਵਿਚਾਰ ਸਾਰੀ ਆਪਣੀਆਂ ਰਾਣੀਆਂ ਨੂੰ ਸਮਝਾ ਦਿੱਤੀ। ਧਰ ਸ਼ਰਦਾ ਸਤਿਗੁਰ ਦਰਸੀ ਜੇ, ਤੇ ਸ਼ਰਧਾ ਧਾਰਨ ਕਰਕੇ ਗੁਰੂ ਮਹਾਰਾਜਿਆਂ ਦੇ ਸਭਨਾਂ ਨੇ ਦਰਸ਼ਨ ਕਰਨੇ ਹਨ। ਵੱਡੇ ਭਾਗਵ ਪਏ ਤਿਹਾਰੇ, ਵਾਰ-ਵਾਰ ਰਾਜਾ ਇਹ ਵੀ ਗੱਲ ਕਹਿੰਦਾ ਹੈ ਕਿ ਤੁਹਾਡੇ ਵੀ ਵੱਡੇ ਭਾਗ ਜਾਗ ਪਏ ਹਨ। ਸਫਲ ਜਨਮ ਹੋਏ ਗੁਰੂ ਨਿਹਾਰੇ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਖੁੱਲੇ ਡੁੱਲੇ ਦਰਸ਼ਨ ਤੁਹਾਨੂੰ ਹੋ ਜਾਣਗੇ। ਔਰ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ ਤੁਸੀਂ ਵੀ ਆਪਣਾ ਸਮਾਂ ਆਪਣਾ ਜਨਮ ਸਫਲਾ ਕਰੋ। ਮਦ ਇਮ ਕਰਕੇ ਦੰਪਤ ਸੋਏ, ਇਸੇ ਤਰ੍ਹਾਂ ਦੀਆਂ ਜਦ ਵਿਚਾਰਾਂ ਕੀਤੀਆਂ ਤੇ ਰਾਤ ਦੇ ਟਾਈਮ ਆਰਾਮ ਕੀਤਾ। ਸੁਖ ਸੋ ਉਠੇ ਪ੍ਰਾਤ ਜਬ ਹੋਏ, ਤੇ ਰਾਤਰੀ ਇਸੇ ਤਰ੍ਹਾਂ ਸੁੱਖਾਂ ਨਾਲ ਬਤੀਤ ਕੀਤੀ ਤੇ ਸੁਬਾਹ ਦਿਨ ਚੜ੍ਹਿਆ ਤਾਂ ਸਾਰੇ ਹੀ ਉੱਠਦੇ ਹਨ, ਤਿਆਰ ਹੁੰਦੇ ਹਨ। ਰੰਗ ਮੈਲ ਨੀਕੇ ਸੁਧਰਾਇਓ, ਫਿਰ ਦਿਨ ਚੜ੍ਹਨ ਦੇ ਨਾਲ ਹੀ ਆਪਣੇ ਮਹਿਲਾਂ ਦੇ ਵਿੱਚ ਸਾਰੀਆਂ ਤਿਆਰੀਆਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਮੁਕਰ ਮੂਰਤਨ ਬ੍ਰਿੰਦ ਸੁਹਾਇਓ, ਜੋ ਬੜੀ ਸਜਾਵਟ ਕੀਤੀ, ਥਾਂ ਥਾਂ ਤੇ ਸ਼ੀਸ਼ੇ ਆਦ ਅਤੇ ਹੋਰ ਚਿੱਤਰਕਾਰੀ ਕਰ ਦਿੱਤੀ। ਬਹੁਤ ਮੋਲ ਕੇ ਦਿਪਤ ਜਵਾਹਰ, ਤਾਂ ਇਸੇ ਤਰ੍ਹਾਂ ਜਦ ਸਾਰੀ ਸਜਾਵਟ ਕੀਤੀ ਗਈ ਤੇ ਬੜੇ ਹੀਰੇ ਜਵਾਹਰਾਤ ਆਦ ਉਹ ਵੀ ਨਿਕਾਲੇ ਗਏ। ਨਿਕਸਾਏ ਸੋ ਕੋਸ ਤੋਂ ਬਾਹਰ, ਤਾਂ ਸਤਿਗੁਰੂ ਮਹਾਰਾਜ ਜੀਆਂ ਨੂੰ ਭੇਟਾ ਕਰਨ ਦੇ ਵਾਸਤੇ, ਭੇਟਾ ਦੇਣ ਦੇ ਵਾਸਤੇ ਤੋਸ਼ੇਖਾਨੇ ਦੇ ਵਿੱਚੋਂ ਬਹੁਤ ਸਾਰੇ ਹੀਰੇ ਜਵਾਹਰਾਤ, ਲਾਲ ਪੰਨੇ ਆਦਿ ਇਹ ਕੱਢੇ ਗਏ। ਵਸਤਰ ਵਿਭੂਖਨ ਬਰਨ ਬਰਨ ਕੇ, ਸਤਿਗੁਰਾਂ ਦੀ ਭੇਟਾ ਦੇ ਲਈ ਬਹੁਤ ਮਹਿੰਗੇ ਅਤੇ ਸੁੰਦਰ ਬੜੇ ਸੋਹਣੇ ਬਸਤਰ, ਕੱਪੜੇ ਆਦਿ ਇਹ ਵੀ ਤਿਆਰ ਕਰਕੇ ਰੱਖ ਦਿੱਤੇ। ਆਗੇ ਸਤਿਗੁਰ ਹੇਤ ਤਰਨ ਕੇ, ਗੁਰੂ ਮਹਾਰਾਜਿਆਂ ਦੇ ਅੱਗੇ ਰੱਖਣ ਦੇ ਵਾਸਤੇ, ਸਤਿਗੁਰੂ ਮਹਾਰਾਜਿਆਂ ਨੂੰ ਭੇਟਾ ਦੇਣ ਦੇ ਵਾਸਤੇ ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਇਹ ਤਿਆਰ ਕਰ ਕਰਕੇ ਰੱਖੀ ਜਾਂਦੇ ਹਨ। ਸਰਬ ਤਿਆਰ ਵਸਤੂ ਕਰਵਾਏ, ਸਾਰੀਆਂ ਵਸਤੂਆਂ, ਸਾਰੀਆਂ ਚੀਜ਼ਾਂ ਸਤਿਗੁਰਾਂ ਨੂੰ ਨਮਸਕਾਰ ਕਰਨ ਦੇ ਵਾਸਤੇ, ਭੇਟਾ ਅਰਪਣ ਕਰਨ ਦੇ ਵਾਸਤੇ ਤਿਆਰ ਕਰ ਲਈਆਂ ਹਨ। ਘਰ ਲਿਆਵਨ ਤੇ ਚੌਂਪ ਵੰਡਾਏ, ਗੁਰੂ ਮਹਾਰਾਜ ਜੀਆਂ ਨੂੰ ਆਪਣੇ ਘਰ ਲਿਆਉਣ ਦੇ ਵਾਸਤੇ, ਚਰਨ ਪਵਾਉਣ ਦੇ ਵਾਸਤੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਚਾਅ ਹੈ, ਬੜੀ ਖੁਸ਼ੀ ਹੈ ਕਿ ਅੱਜ ਅਰਸ਼ਾਂ ਪੁਰਸ਼ਾਂ ਦੇ ਮਾਲਕ ਬਾਲਕ ਅਵਸਥਾ ਦੇ ਵਿੱਚ ਸਾਡੇ ਘਰ ਦੇ ਵਿੱਚ ਆ ਕੇ ਚਰਨ ਪਾਉਣਗੇ। ਸੁੰਦਰਤਾ ਸਭ ਵਿਦ ਸੁਧਰਾਈ, ਸਾਰੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਜੀਆਂ ਦੇ ਆਉਣ ਦੀਆਂ ਤਿਆਰੀਆਂ ਕਰ ਦਿੱਤੀਆਂ। ਜੈਪੁਰ ਪਤ ਦੇ ਸਿੰਘ ਸਵਾਈ, ਇਸ ਜੈਪੁਰ ਦੇ ਰਾਜਾ ਜੈ ਸਿੰਘ ਨੇ ਆਪਣੇ ਮਹਿਲਾਂ ਦੇ ਵਿੱਚ ਤਿਆਰੀ ਕਰਵਾਈ ਹੈ। ਇਤ ਸ੍ਰੀ ਸਤਿਗੁਰ ਸਭ ਵਿਦ ਜਾਨੀ, ਉਧਰ ਦੂਸਰੀ ਸਾਈਡ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਰੀ ਵਿਧੀ ਜਾਣਦੇ ਹਨ ਕਿ ਸਾਡੇ ਪਰਖਣ ਦੇ ਵਾਸਤੇ, ਆਪਣੇ ਘਰ ਦੇ ਵਿੱਚ ਲਿਜਾਣ ਦੇ ਵਾਸਤੇ ਇਹ ਸਾਰੀਆਂ ਤਿਆਰੀਆਂ ਕਰ ਰਹੇ ਹਨ। ਹੇਤ ਪਰਖ ਬੇ ਜਸ ਕਿਰਤ ਠਾਨੀ, ਔਰ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਇਹਨਾਂ ਨੇ ਜੋ ਤਿਆਰੀ ਕੀਤੀ ਹੋਈ ਸੀ ਨਾ, ਵੀ ਨਾਲੇ ਸੇਵਾ ਕਰਾਂਗੇ, ਦਰਸ਼ਨ ਕਰਾਂਗੇ ਤੇ ਨਾਲੇ ਗੁਰੂ ਮਹਾਰਾਜ ਜੀਆਂ ਦੀ ਪਰਖ ਕਰਾਂਗੇ, ਤੇ ਸਾਰੀ ਦੀ ਸਾਰੀ ਵਿਧੀ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਾਣਦੇ ਹਨ। ਅਤ ਚਿਤਾਂਤਰ ਚਿਤਮੈ ਹੋਏ, ਸਤਿਗੁਰੂ ਮਹਾਰਾਜ ਜੀ ਇਸ ਗੱਲ ਦੀ ਚਿੰਤਾ ਕਰਦੇ ਹਨ ਕਿ ਇਹ ਵਿਚਾਰ ਤੇ ਠੀਕ ਨਹੀਂ ਹੈ। ਲੇਤ ਅੰਤ ਮਨ ਕੁਮਤ ਪਰੋਏ, ਔਰ ਇਹ ਸਾਨੂੰ ਬੇਨਤੀਆਂ ਕਰਕੇ ਇਸ ਸਥਾਨ ਤੇ ਦਿੱਲੀ ਸ਼ਹਿਰ ਦੇ ਵਿੱਚ ਲੈ ਕੇ ਆਏ ਹਨ, ਪਰ ਹੁਣ ਸਾਡੀ ਪਰਖ ਕਰਨੀ ਚਾਹੁੰਦੇ ਹਨ। ਕਿਸੇ ਵੀ ਤਰ੍ਹਾਂ ਗੁਰੂ ਪੀਰਾਂ ਦੀ ਪਰਖ ਕਰਨੀ, ਉਹਨਾਂ ਦਾ ਅੰਤ ਲੈਣਾ ਹੈ। ਕਦੇ ਵੀ ਰੱਬ ਦੇ ਪਿਆਰਿਆਂ ਦਾ ਅੰਤ ਨਹੀਂ ਲੈਣਾ ਚਾਹੀਦਾ, ਪਰਖ ਨਹੀਂ ਕਰਨੀ ਚਾਹੀਦੀ। ਔਰ ਜੇਕਰ ਇਸ ਤਰ੍ਹਾਂ ਕਰਦੇ ਹਨ ਤੇ ਉਹ ਸ਼ਰਧਾਹੀਨਤਾ ਦੀ ਗੱਲ ਹੈ ਕਿ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ। ਸ਼ਰਧਾਹੀਨਤਾ ਵਾਲਾ ਕਦੇ ਵੀ ਗੁਰੂ ਮਹਾਰਾਜ ਜੀਆਂ ਤੋਂ ਫਲ ਪ੍ਰਾਪਤ ਨਹੀਂ ਕਰ ਸਕਦਾ।
ਤੇ ਗੁਰੂ ਮਹਾਰਾਜ ਜੀ ਵਿਚਾਰ ਕਰਦੇ ਹਨ ਕਿ ਇਹਨਾਂ ਨੇ ਵਿਧੀ ਬਣਾਈ ਹੈ ਕਿ ਪਰਖ ਕੀਤੀ ਜਾਵੇ, ਪਰ ਇਹਨਾਂ ਦੇ ਵਾਸਤੇ ਚੰਗੀ ਗੱਲ ਨਹੀਂ ਹੈ। ਹਮ ਜੋ ਚਾਹਤ ਵਸਤ ਛਪਾਈ, ਜਿਹੜੀ ਵਸਤੂ ਨੂੰ ਅਸੀਂ ਛੁਪਾ ਕੇ ਰੱਖਣਾ ਚਾਹੁੰਦੇ ਹਾਂ, ਭਾਵ ਆਪਣੇ ਵੱਲੋਂ ਕੋਈ ਵੀ ਸ਼ਕਤੀ, ਕੋਈ ਵੀ ਕਰਾਮਾਤ ਦਿਖਾਉਣੀ ਨਹੀਂ ਚਾਹੁੰਦੇ ਸਤਿਗੁਰੂ, ਤੇ ਸੋਚਦੇ ਹਨ ਕਿ ਜਿਹੜੀ ਵਸਤੂ ਨੂੰ, ਜਿਸ ਚੀਜ਼ ਨੂੰ, ਜਿਹੜੀ ਸ਼ਕਤੀ ਨੂੰ ਅਸੀਂ ਛੁਪਾ ਕੇ ਰੱਖਣਾ ਚਾਹੁੰਦੇ ਹਾਂ ਤੇ ਇਹ ਪ੍ਰਗਟ ਕਰਕੇ ਦਿਖਾਉਂਦੇ ਹਨ। ਸੋਚਤ ਬਾਚਤ ਏਉ ਬਿਤਤਾਈ, ਪਰ ਇਹ ਗੱਲ ਵਿਦਿਤ ਕਰਨਾ ਚਾਹੁੰਦੇ ਹਨ ਕਿ ਗੁਰੂ ਮਹਾਰਾਜ ਕੋਈ ਸ਼ਕਤੀ ਦਿਖਾਉਣ ਤੇ ਅਸੀਂ ਸਾਰਿਆਂ ਦੇ ਵਿੱਚ ਦੱਸੀਏ ਕਿ ਸਤਿਗੁਰਾਂ ਨੇ ਇਹ ਕਰਾਮਾਤ ਦਿਖਾਈ, ਇਹ ਸ਼ਕਤੀ ਦਿਖਾਈ, ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਸ਼ਕਤੀਆਂ ਨੂੰ ਹੀ ਵੱਡੀ ਚੀਜ਼ ਸਮਝਿਆ ਹੋਇਆ ਹੈ। ਤੇ ਸਤਿਗੁਰੂ ਮਹਾਰਾਜ ਜੀ ਤੇ ਸਰਬ ਕਲਾ ਸਮਰੱਥ ਹਨ। ਮਨ ਦੀ ਸ਼ੁੱਧੀ, ਮਨ ਦੀ ਇਕਾਗਰਤਾ ਦੁਆਰਾ ਜਗਿਆਸੂ ਨੂੰ ਰਿੱਧੀਆਂ ਸਿੱਧੀਆਂ ਆਦਿ ਸ਼ਕਤੀਆਂ ਸਹਿਜੇ ਹੀ ਪ੍ਰਾਪਤ ਹੋ ਜਾਂਦੀਆਂ ਹਨ। ਪਰ ਸਤਿਗੁਰੂ ਮਹਾਰਾਜ ਜੀ ਉਹ ਤੇ ਜੀਵਾਂ ਦਾ ਉਧਾਰ ਕਰਨ ਦੇ ਵਾਸਤੇ, ਜੀਵਾਂ ਦਾ ਭਲਾ ਕਰਨ ਦੇ ਵਾਸਤੇ ਇਸ ਦੁਨੀਆ ਦੇ ਵਿੱਚ, ਇਸ ਸੰਸਾਰ ਦੇ ਵਿੱਚ ਮਨੁੱਖਾ ਸਰੀਰ ਧਾਰਨ ਕਰਕੇ ਆਏ ਹਨ। ਤਾਂ ਬੇਵਜ੍ਹਾ ਹੀ ਕਦੇ ਵੀ ਗੁਰੂ ਪਾਤਸ਼ਾਹ ਜਾਂ ਸਤਿਪੁਰਖ ਕਦੇ ਵੀ ਕੋਈ ਸ਼ਕਤੀ ਕਰਾਮਾਤ ਨਹੀਂ ਦਿਖਾਉਣਾ ਚਾਹੁੰਦੇ, ਨਾ ਦਿਖਾਉਂਦੇ ਹਨ। ਜਿੱਥੇ ਕਿਤੇ ਲੋੜ ਹੋਵੇ ਦੁਨੀਆ ਦੇ ਭਲੇ ਦੇ ਵਾਸਤੇ, ਕਿਤੇ ਲੋੜ ਪੈ ਜਾਵੇ ਤੇ ਉੱਥੇ ਗੁਰੂ ਪਾਤਸ਼ਾਹ ਨੇ ਸ਼ਕਤੀ ਵਰਤੀ ਹੈ, ਨਹੀਂ ਤੇ ਬੇਵਜ੍ਹਾ ਜਾਂ ਆਪਣੇ ਜਸ ਦੇ ਵਾਸਤੇ ਕਦੇ ਵੀ ਕਿਸੇ ਸਤਿਪੁਰਸ਼ ਨੇ ਸ਼ਕਤੀ ਨਹੀਂ ਦਿਖਾਈ। ਪ੍ਰਭ ਕੇ ਸੰਤ ਜੋ ਲਖੇ ਭਲੀ ਨਾ, ਰੱਬ ਦੇ ਪਿਆਰੇ ਮਹਾਂਪੁਰਖ ਬੇਵਜ੍ਹਾ ਸ਼ਕਤੀ ਦਿਖਾਉਣ ਨੂੰ ਚੰਗੀ ਨਹੀਂ ਸਮਝਦੇ। ਤਿਮ ਕਰਬੇ ਮੈਂ ਇਨ ਮਦ ਭੀਨ, ਪਰ ਇਸ ਤਰ੍ਹਾਂ ਇਹਨਾਂ ਦੀ ਮਤ ਹੁਣ ਇਸ ਗੱਲ ਦੇ ਵਿੱਚ ਭਿੱਜੀ ਹੋਈ ਹੈ ਕਿ ਅਸੀਂ ਗੁਰੂ ਮਹਾਰਾਜਿਆਂ ਦੀ ਸ਼ਕਤੀ ਦੇਖ ਲਈਏ। ਕੁਛ ਤੇ ਕੁਛ ਕਰਤਾ ਤਰ ਚਾਓ, ਪਰ ਸਤਿਗੁਰੂ ਮਹਾਰਾਜ ਜੀ ਤੇ ਸਰਬ ਕਲਾ ਸਮਰੱਥ ਹੈ। ਇੱਕ ਬਚਨ ਦੇ ਨਾਲ ਹੀ ਸਾਰੇ ਕਰੋੜਾਂ ਬ੍ਰਹਿਮੰਡਾਂ ਨੂੰ ਰਚ ਸਕਦੇ ਹਨ। ਇੱਕ ਬਚਨ ਕਰਕੇ ਹੀ ਕਰੋੜਾਂ ਬ੍ਰਹਿਮੰਡਾਂ ਦਾ ਨਾਸ਼ ਕਰ ਸਕਦੇ ਹਨ। ਸਰਬ ਕਲਾ ਸਮਰੱਥ ਹਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਪਰ ਜੋ ਇਹ ਬਿਨਾਂ ਵਜ੍ਹਾ ਤੋਂ ਹੀ ਸ਼ਕਤੀ ਦੇਖਣੀ ਚਾਹੁੰਦੇ ਹਨ, ਇਹ ਸ਼ਕਤੀ ਗੁਰੂ ਮਹਾਰਾਜ ਜੀ ਨਹੀਂ ਦਿਖਾਉਣਾ ਚਾਹੁੰਦੇ, ਅਰੇ ਆਪਣੇ ਮਨ ਦੇ ਵਿੱਚ ਇਹ ਵਿਚਾਰਾਂ ਕਰਦੇ ਹਨ ਕਿ ਕਿਸੇ ਵੀ ਤਰ੍ਹਾਂ ਇਹਨਾਂ ਦੇ ਪਾਸ ਜਾ ਕੇ ਸ਼ਕਤੀ ਨਹੀਂ ਦਿਖਾਈ ਜਾਵੇਗੀ। ਹੁਣ ਜਿਸ ਪ੍ਰਕਾਰ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਨੇ ਆਪਣੇ ਮਨ ਦੇ ਵਿੱਚ ਇਹ ਵਿਚਾਰਾਂ ਕਰਕੇ ਫਿਰ ਕੁਝ ਕੁ ਸਮੇਂ ਤੋਂ ਬਾਅਦ ਇਹਨਾਂ ਦੇ ਵਿਚਾਰਾਂ ਦੇ ਅਨੁਸਾਰ ਇਹਨਾਂ ਦੇ ਮਹਿਲਾਂ ਦੇ ਵਿੱਚ ਪਹੁੰਚ ਕੇ ਦਰਸ਼ਨ ਦੇਣ ਦੇ ਵਾਸਤੇ ਇਹਨਾਂ ਦੀ ਬੇਨਤੀ ਦੇ ਲਈ ਮੰਨ ਜਾਣਾ ਹੈ। ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਸ ਤਰ੍ਹਾਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਕੁਛ ਤੇ ਕੁਛ ਕਰਤਾ ਤਰ ਚਾਓ, ਸੋ ਜਗ ਮੈਂ ਦਿਖ ਰਾਏ ਪ੍ਰਭਾਓ। ਕੁਛ ਤੇ ਕੁਛ ਕਰਤਾ ਤਰ ਚਾਓ, ਸੋ ਜਗ ਮੈਂ ਦਿਖ ਰਾਏ ਪ੍ਰਭਾਓ। ਇਹ